ਸੋ ਗੱਲ ਜਦੋਂ ਵੀ ਆਪਾਂ ਕੈਨੇਡਾ ਦੀ ਕਰਦੇ ਆ ਅਕਸਰ ਸਟੂਡੈਂਟਸ ਤੋਂ ਇਹ ਸੁਣਦੇ ਆ ਜੀ ਮੇਰੇ ਤਾਂ ਓਵਰਆਲ 6 ਨੇ ਮੇਰਾ ਤਾਂ ਵੀਜ਼ਾ ਲੱਗ ਹੀ ਜਾਏਗਾ, ਮੇਰੇ ਓਵਰਆਲ 7 ਬੈਂਡ ਆ ਗਿਆ ਮੇਰਾ ਤਾਂ ਵੀਜ਼ਾ ਲੱਗ ਜਾਏਗਾ। ਪਰ ਗੱਲ ਇੱਥੇ ਸਿਰਫ ਆਇਲਸ ਜਾਂ ਪੀਟੀ ਜਾਂ ਟੋਫਲ ਦੀ ਨਹੀਂ ਹੈ, ਗੱਲ ਇੱਥੇ ਹੋਰ ਵੀ ਬਹੁਤ ਹੁੰਦੀ ਹੈ। ਕਈ ਫੈਕਟਰਸ ਹੁੰਦੇ ਨੇ ਜਿਸ ਦੇ ਉੱਪਰ ਵੀਜ਼ਾ ਲੱਗਣਾ ਮੁਮਕਿਨ ਮੰਨਿਆ ਜਾਂਦਾ। ਗੱਲ ਫੰਡਸ ਦੀ ਵੀ ਹੁੰਦੀ ਹੈ, ਗੱਲ ਹੋਰ ਡਾਕੂਮੈਂਟਸ ਦੀ ਜਿਨ੍ਹਾਂ ਦੀ ਰਿਕੁਆਇਰਮੈਂਟ ਰਹਿੰਦੀ ਉਹਨਾਂ ਦੀ ਵੀ ਹੁੰਦੀ ਹੈ। ਸੋ ਉਹਨਾਂ ਚੀਜ਼ਾਂ ਤੇ ਵੀ ਸਟੂਡੈਂਟਸ ਨੂੰ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਸੋ ਅੱਜ ਦੀ ਵੀਡੀਓ ਖਾਸ ਤੌਰ ਤੇ ਉਸੇ ਦੇ ਉੱਪਰ ਹੈ ਕਿ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਕੈਨੇਡਾ ਦੇ ਲਈ, ਚਾਹੇ ਕਿ ਓਵਰਆਲ 6 ਇੱਕ ਮੋਡਿਊਲ 'ਚ 5.5 ਨੇ, ਤਾਂ ਵੀ ਤੁਹਾਨੂੰ ਕਿਹੜੀ ਗੱਲਾਂ ਦਾ ਧਿਆਨ ਤਾਂ ਰੱਖਣਾ ਹੀ ਚਾਹੀਦਾ ਹੈ। ਖਾਸ ਤੌਰ ਤੇ ਆਪਾਂ ਫੰਡਸ ਦੇ ਉੱਪਰ ਫੋਕਸ ਕਰਾਂਗੇ। ਫੰਡਸ ਕਿਸ ਤਰੀਕੇ ਨਾਲ ਸਹੀ ਢੰਗ ਜਿਹਨੂੰ ਕਹਾਂਗੇ ਕਿ ਤੁਸੀਂ ਦਿਖਾਣੇ ਹੈ ਤੇ ਜਿਸ ਦੇ ਨਾਲ ਤੁਹਾਨੂੰ ਕਿਤੇ ਵੀ ਰਿਫਿਊਜ਼ਲ ਦਾ ਸਾਹਮਣਾ ਤਾਂ ਨਾ ਕਰਨਾ ਪਵੇ। ਮੀਨਸ ਖਰਚੇ ਜਿਹੜੇ ਤੁਸੀਂ ਦਿਖਾਣੇ ਹੈ, ਟਿਊਸ਼ਨ ਫੀ ਪੇ ਜਿਹੜੀ ਤੁਸੀਂ ਪੇ ਕਰਨੀ ਹੈ ਉਹਦਾ ਸਹੀ ਢੰਗ ਕੀ ਹੈ, ਸਹੀ ਤਰੀਕਾ ਕੀ ਹੈ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਮੈਂ ਹਾਂ ਹਰਜੋਤ ਕੌਰ ਤੇ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਕ੍ਰੀਏਟਿਵ ਫਿਊਚਰ ਕੰਸਲਟੈਂਸੀ ਤੋਂ ਵੀਜ਼ਾ ਐਕਸਪਰਟ ਗੁਰਪ੍ਰੀਤ ਕੌਰ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸੋ ਗੁਰਪ੍ਰੀਤ ਜੀ ਕੈਨੇਡਾ ਦੀ ਗੱਲ ਕਰਨ ਜਾ ਰਹੇ ਹਾਂ ਇੱਕ ਵਾਰ ਫਿਰ ਤੋਂ ਅੱਜ, ਪਰ ਗੱਲ ਇੱਥੇ ਜ਼ਰੂਰ ਕਰਨੀ ਹੈ ਆਪਾਂ ਕਿ ਸਹੀ ਢੰਗ ਦੇ ਨਾਲ ਆਪਾਂ ਅਗਰ ਰਿਕੁਆਇਰਮੈਂਟਸ ਦੀ ਗੱਲ ਕਰੀਏ, ਕਿਸ ਤਰ੍ਹਾਂ ਦੇ ਡਾਕੂਮੈਂਟਸ ਚਾਹੀਦੇ ਹੁੰਦੇ ਨੇ, ਖਰਚਿਆਂ ਦੀ ਗੱਲ ਕਰ ਲਈਏ, ਸਹੀ ਤਰੀਕਾ ਕੀ ਹੈ? ਹਰਜੋਤ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 2 ਚੋਂ 5.5, 1 ਚੋਂ 5.5 6 ਈਚ ਵਾਲਾ ਬੱਚਾ ਜਾਂ 7 ਆਈਲੈਟਸ ਸਕੋਰ ਵਾਲਾ ਬੱਚਾ ਸੋਚਦਾ ਹੈ ਕਿ ਮੈਂ ਤਾਂ ਚਲੇ ਜਾਣਾ, ਮੇਰਾ ਵੀਜ਼ਾ ਨਿਕਲ ਹੀ ਜਾਣਾ। ਨਿਊ ਅਪਡੇਸ਼ਨ ਨੇ ਵੀ ਥੋੜਾ ਜਿਹਾ ਬੱਚੇ ਨੂੰ ਰਿਲੈਕਸ ਕਰ ਦਿੱਤਾ ਹੈ ਕਿ ਅਸੀਂ ਐਸਡੀਐਸ ਕੈਟਾਗਰੀ ਦੇ ਅੰਡਰ ਆ ਕੇ ਅਪਲਾਈ ਕਰਾਂਗੇ ਤੇ ਵੀਜ਼ਾ ਤਾਂ ਨਿਕਲ ਹੀ ਜਾਣਾ ਹੈ। ਹੋਪਫੁਲੀ ਪ੍ਰਮਾਤਮਾ ਕਰੇ ਸਾਰਿਆਂ ਦਾ ਵੀਜ਼ਾ ਨਿਕਲੇ, ਸਾਰਿਆਂ ਦੇ ਡ੍ਰੀਮਸ ਫੁੱਲ ਹੋਣ, ਸਾਰੇ ਆਪਣੇ ਜਾਣ, ਆਪਣੇ ਕੈਰੀਅਰ ਦੇ ਉੱਤੇ ਕੰਮ ਕਰਨ। ਬਟ ਆਪਾਂ ਧਿਆਨ ਕੀ ਰੱਖਣਾ ਹੈ ਕਿ ਜਿਹੜੇ ਬੱਚੇ ਸਾਡੇ GIC ਕਰਵਾ ਲੈਂਦੇ ਆ, ਚਾਹੇ ਐਸਡੀਐਸ ਵਾਲਿਆਂ ਦੀ ਵੀ ਮੈਂ ਗੱਲ ਕਰਦੀ ਹਾਂ, ਮੋਸਟਲੀ ਅਸੀਂ ਨੌਨ ਐਸਡੀਐਸ ਵਾਲੇ ਬੱਚਿਆਂ ਨੂੰ ਐਸਡੀਐਸ ਵਾਲੇ ਰੂਲ ਐਂਡ ਰੈਗੂਲੇਸ਼ਨਸ ਫੋਲੋ ਕਰਕੇ ਅਪਲਾਈ ਕਰਵਾਉਂਦੇ ਰਹੇ ਹਾਂ ਹੁਣ ਤੱਕ। ਤੇ GIC ਕਰਵਾਉਣ ਤੋਂ ਬਾਅਦ ਬੱਚੇ ਨੂੰ, ਐਸਡੀਐਸ ਵਾਲੇ ਬੱਚੇ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਮੈਂ GIC ਕਰਵਾਤਾ, ਟਿਊਸ਼ਨ ਫੀਸ ਕਰਵਾ ਦਿੱਤੀ ਹੈ, ਮੈਨੂੰ ਨਹੀਂ ਲੱਗਦਾ ਮੈਨੂੰ ਬੈਂਕਿੰਗ ਦੇਣ ਦੀ ਜ਼ਰੂਰਤ ਹੈ। ਕਿਤੇ ਨਾ ਕਿਤੇ ਕਈ ਵੀਜ਼ਾ ਅਫਸਰ ਜਿਹੜੀਆਂ ਪਹਿਲਾਂ ਗੱਲਾਂ ਰਹੀਆਂ, ਪਹਿਲਾਂ ਵੀ ਅਸੀਂ ਇਹੀ ਗੱਲ ਕੀਤੀ ਆ ਕਿ ਵੀਜ਼ਾ ਅਫਸਰ ਅਗਲੀ ਟਿਊਸ਼ਨ ਫੀਸ ਦੀ ਸ਼ੋਰਟੀ ਮੰਗਦਾ ਹੈ, ਤੁਹਾਡੀ ਬੈਂਕ ਬੈਲੈਂਸ 6 ਮੰਥ ਦਾ ਜਿਹੜਾ ਕਿ ਇੱਕ ਚੈੱਕਲਿਸਟ ਹੈ ਐਮਬੈਸੀ ਦੀ ਜਿਹੜੀ ਆਪਾਂ ਕੰਪਲੀਟ ਕਰਨੀ ਹੁੰਦੀ ਆ। ਬਟ ਬੱਚੇ ਦੇ ਦਿਮਾਗ 'ਚ ਇਹ ਹੁੰਦਾ ਕਿ ਮੈਂ GIC ਕਰਵਾ ਦਿੱਤਾ, ਟਿਊਸ਼ਨ ਫੀਸ ਕਰਾ ਦਿੱਤੀ ਹੈ, ਮੈਨੂੰ ਬੈਂਕਿੰਗ ਦੇਣ ਦੀ ਜ਼ਰੂਰਤ ਨਹੀਂ ਆ। ਬਟ ਜਿੰਨਾ ਚਿਰ ਉਹਨਾਂ ਦੀ ਚੈੱਕਲਿਸਟ ਆਪਾਂ ਕੰਪਲੀਟ ਨਹੀਂ ਕਰਦੇ, ਪੇਪਰ ਵਰਕ ਕੰਪਲੀਟ ਨਹੀਂ ਕਰਦੇ, ਆਪਣੇ ਵੀਜ਼ਾ ਚਾਂਸਿਸ ਕਿਤੇ ਨਾ ਕਿਤੇ, ਜੇ ਤਾਂ ਨਿਕਲ ਗਿਆ ਤਾਂ ਠੀਕ ਆ, ਬਹੁਤ ਵਧੀਆ ਗੱਲ ਆ, ਪਰ ਕਈ ਵਾਰ ਪੁਆਇੰਟ ਵੀਜ਼ਾ ਅਫਸਰ ਲੈ ਜਾਂਦਾ ਹੈ। ਇਸ ਕਰਕੇ ਜਦੋਂ ਵੀ ਤੁਸੀਂ ਅਪਲਾਈ ਕਰਦੇ ਹੋ GIC ਕਰਵਾਓ, ਟਿਊਸ਼ਨ ਫੀਸ ਕਰਵਾਓ, ਜਿਹੜੀ ਆਪਣੀ ਅਗਲੀ ਟਿਊਸ਼ਨ ਫੀਸ ਦੀ ਪਲੈਨਿੰਗ ਆ ਉਹ ਆਪਣੇ ਸੇਵਿੰਗਸ ਅਕਾਊਂਟ ਦੇ ਵਿੱਚ ਜ਼ਰੂਰ ਦਿਖਾਇਆ ਕਰੋ। ਹੋ ਸਕਦਾ ਹੈ ਇਹ ਚੀਜ਼ ਦਾ ਇੰਪਲੀਮੈਂਟ ਵੀ ਹੋ ਜਾਵੇ, ਬਾਏ ਸਾਨੂੰ ਇੰਪਲੀਮੈਂਟ ਜਾਂ ਬਾਏ ਰੂਲ ਸਾਨੂੰ ਇਹ ਚੀਜ਼ ਅਵੇਅਰ ਕੀਤੀ ਜਾਵੇ, ਦੱਸਿਆ ਜਾਵੇ। ਇਹ 10 ਗਜ਼ ਦੀ ਅਪਡੇਸ਼ਨ 'ਚ ਵੀ ਚੀਜ਼ਾਂ ਆ ਸਕਦੀਆਂ, ਬਟ ਆਪਾਂ ਧਿਆਨ ਰੱਖਣਾ ਹੈ ਕਿ ਸਾਡੇ ਜਿਹੜੇ ਆਪਣਾ ਫਾਈਨੈਂਸ਼ੀਅਲੀ ਬੈਕਗਰਾਊਂਡ ਆ ਉਹਨੂੰ ਅਸੀਂ ਪ੍ਰੋਪਰ ਵੇ ਨਾਲ ਦਿਖਾ ਕੇ ਚੱਲੀਏ, ਦੱਸ ਕੇ ਚੱਲੀਏ ਵੀਜ਼ਾ ਅਫਸਰ ਨੂੰ ਕਿ ਅਸੀਂ ਫਾਈਨੈਂਸ਼ੀਅਲੀ ਬੈਕਗਰਾਊਂਡ ਤੋਂ ਸੋਲਿਡ ਹੈ ਔਰ ਅਸੀਂ ਜਿਹੜੀ ਉੱਥੇ ਇੰਟਰਨੈਸ਼ਨਲ ਸਟੱਡੀ ਕਰਨ ਲਈ ਜਾ ਰਹੇ ਹਾਂ ਤੇ ਸਾਡੇ ਕੋਲ ਸਫੀਸ਼ੀਐਂਟ ਫੰਡ ਹੈਗੇ ਆ ਇੰਡੀਆ ਦੇ ਵਿੱਚ, ਅਸੀਂ ਇੱਥੇ ਸਟੈਬਲਿਸ਼ ਹਾਂ, ਸਾਡਾ ਬਿਜ਼ਨਸ ਵਧੀਆ ਹੈ ਔਰ ਅਸੀਂ ਆਪਣੀ ਇੱਥੇ ਇੰਡੀਆ ਦੇ ਜਿੰਨੇ ਵੀ ਰੀਤੀ ਰਿਵਾਜ ਆ, ਜੋ ਵੀ ਸਾਡਾ ਧਰਮ ਆ, ਜੋ ਵੀ ਸਾਡਾ ਰਿਲੀਜੀਅਸ ਆ, ਉਹਦੇ ਨਾਲ ਅਸੀਂ ਜੁੜੇ ਹੋਏ ਹਾਂ। ਕਿਉਂਕਿ SOP ਦੀ ਵੀ ਮੈਂ ਗੱਲ ਕਰ ਲਾਂ ਤੇ ਬੱਚੇ SOP 'ਚ ਲਿਖਦੇ ਆ ਕਿ ਮੈਂ ਇੱਥੋਂ ਤੱਕ ਸਟੱਡੀ ਕੀਤੀ ਆ, ਮੈਂ ਇਹ ਕੀਤਾ ਹੈ ਤੇ ਇਹ ਮੇਰਾ ਕੋਰਸ ਆ। ਉਸ ਤੋਂ ਅੱਗੇ ਮੈਂ ਹਮੇਸ਼ਾ ਬੱਚੇ ਨੂੰ ਸਮਝਾਇਆ ਕਿ ਆਪਣੀਆਂ ਹੋਮ ਕੰਟਰੀ ਵਾਪਸ ਆਉਂਦੀਆਂ ਸ਼ੋਰਟੀਜ਼ ਜ਼ਰੂਰ ਦਿਆ ਕਰੋ ਵੀਜ਼ਾ ਅਫਸਰ ਨੂੰ। ਉਹਦੇ 'ਚ ਕੀ ਹੈ, ਵੀਜ਼ਾ ਚਾਂਸਿਸ ਤੁਹਾਡੇ ਵੱਧ ਜਾਂਦੇ ਨੇ ਕਿ ਜੇ ਤੁਹਾਨੂੰ ਆਪਣੇ ਹੋਮ ਕੰਟਰੀ ਇਹ ਕੋਰਸ ਕਰਕੇ ਵਾਪਸ ਆਉਣਾ ਤੇ ਤੁਸੀਂ ਇੰਡੀਆ 'ਚ ਆ ਕੇ ਕੀ ਕਰੋਗੇ। ਤੁਹਾਡੀਆਂ ਫਿਊਚਰ ਪਲੈਨਿੰਗ ਸਾਰੀਆਂ ਕੈਨੇਡਾ ਦੀਆਂ ਨਹੀਂ ਹੋਣੀਆਂ ਚਾਹੀਦੀਆਂ। ਆਪਣੇ ਹੋਮ ਕੰਟਰੀ ਨਾਲ ਤੁਸੀਂ ਆਪਣੀਆਂ ਰੂਟਸ ਨਾਲ ਕਿੰਨੇ ਜੁੜੇ ਹੋ ਉਹ ਵੀਜ਼ਾ ਅਫਸਰ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਸਾਡੇ ਪੰਜਾਬ ਦੇ ਉੱਤੇ ਖਾਸ ਕਰਕੇ ਕਈ ਵਾਰ ਕੋਈ ਰੀਜ਼ਨ ਤੋਂ ਬਿਨਾਂ ਵੀਜ਼ਾ ਅਫਸਰ ਲਿਖ ਕੇ ਭੇਜ ਦਿੰਦਾ ਹੈ ਤੁਹਾਨੂੰ ਕਿ ਤੁਸੀਂ ਆਪਣੇ ਹੋਮ ਕੰਟਰੀ ਵਾਪਸ ਨਹੀਂ ਆਓਗੇ, ਸਾਨੂੰ ਤੁਹਾਡੇ ਪ੍ਰੋਫਾਈਲ ਤੋਂ ਦੇਖ ਕੇ, ਤੁਹਾਡੀ ਜਿਹੜੀ ਵੀ SOP ਆ ਉਹਦੇ 'ਚੋਂ ਦੇਖ ਕੇ, ਤੁਹਾਡਾ ਓਵਰਆਲ ਵਿਊ ਲੈਣ ਤੋਂ ਬਾਅਦ ਸਾਨੂੰ ਇਹ ਲੱਗ ਰਿਹਾ ਇਹ ਰੀਜ਼ਨ ਦੇ ਕੇ ਸਾਨੂੰ ਰਿਫਿਊਜ਼ ਕਰ ਦਿੱਤਾ ਜਾਂਦਾ ਹੈ। ਇਹ ਰੀਜ਼ਨ ਸਾਡਾ ਨਾ ਰਵੇ, ਇਸ ਰੀਜ਼ਨ ਕਰਕੇ ਅਸੀਂ ਰਿਫਿਊਜ਼ ਨਾ ਹੋਈਏ, ਤੇ ਇਸ ਕਰਕੇ ਇਹ ਸਾਰੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪਊਗਾ।
ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀ। ਤੇ ਦੂਸਰੇ ਪਾਸੇ ਜੇਕਰ ਗੁਰਪ੍ਰੀਤ ਜੀ ਆਪਾਂ ਗੱਲ ਕਰੀਏ ਕਿ ਜਦੋਂ ਗੱਲ ਆਉਂਦੀ ਹੈ ਕਿ ਓਵਰਆਲ 6 ਇੱਕ 'ਚ 5.5 ਤਾਂ ਰੈਲੀਵੈਂਟ ਕੋਰਸ ਦੀ ਜਦ ਗੱਲ ਆਉਂਦੀ ਹੈ ਤਾਂ ਕੀ ਰੈਲੀਵੈਂਟ ਕੋਰਸ ਰੈਲੀਵੈਂਟ ਪ੍ਰੋਗਰਾਮਸ ਨੂੰ ਲੈ ਕੇ ਸਟੂਡੈਂਟਸ ਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਕੀ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਵੇਂ ਆਪਾਂ ਦੇਖਾਂਗੇ ਰਸ਼ ਤਾਂ ਬਹੁਤ ਵਧੇਗਾ ਹੀ ਤਾਂ ਕੀ ਕਿਤੇ ਇਹ ਵੀ ਦਿੱਕਤ ਤਾਂ ਨਹੀਂ ਸਟੂਡੈਂਟਸ ਨੂੰ ਆਏਗੀ ਆਉਣ ਵਾਲੇ ਸਮੇਂ ਕਿਉਂਕਿ ਸੀਟਸ ਤਾਂ ਲਿਮਿਟਿਡ ਹੀ ਹੁੰਦੀਆਂ ਨੇ ਕਿ ਕੱਲ ਨੂੰ ਜਦੋਂ ਰਸ਼ ਵੱਧ ਜਾਏਗਾ ਤੇ ਰੈਲੀਵੈਂਟ ਪ੍ਰੋਗਰਾਮਸ ਮਿਲਣ ਵਿੱਚ ਵੀ ਕਿਤੇ ਦਿੱਕਤ ਆਵੇ ਸਟੂਡੈਂਟਸ ਨੂੰ। ਬਿਲਕੁਲ ਹਰਜੋਤ ਜੀ, ਰੈਲੇਵੈਂਟ ਪ੍ਰੋਗਰਾਮ ਮਿਲਣ 'ਚ ਦਿੱਕਤ ਆ ਸਕਦੀ ਹੈ ਸਟੂਡੈਂਟ ਨੂੰ ਕਿਉਂਕਿ ਸਾਰਾ ਫੋਕਸ ਇੱਕ ਪਾਸੇ ਬੱਚਿਆਂ ਦਾ ਹੋ ਜਾਣਾ ਹੈ। ਕਿਤੇ ਨਾ ਕਿਤੇ ਇਸ ਚੀਜ਼ ਦੀ ਅਸੀਂ ਪ੍ਰੋਬਲਮ ਦੇਖ ਰਹੇ ਹਾਂ ਕਿ ਬੱਚੇ ਆਉਣ ਵਾਲੇ ਟਾਈਮ 'ਚ ਫੇਸ ਕਰ ਸਕਦੇ ਆ। ਇਸੇ ਕਰਕੇ ਮੈਂ ਅਵੇਅਰ ਕਰ ਰਹੀ ਹਾਂ ਬੱਚਿਆਂ ਨੂੰ ਕਿ ਆਪਣੀਆਂ ਐਡਮਿਸ਼ਨਸ ਪਹਿਲਾਂ ਪਾ ਲਓ, ਡਿਲੇ ਨਾ ਕਰੋ, ਲੇਟ ਨਾ ਕਰੋ, ਟਾਈਮਲੀ ਅਪਲਾਈ ਕਰ ਲਓ। ਰੈਲੇਵੈਂਸ ਕੋਰਸ ਨਹੀਂ ਹੈ ਤੇ ਵੀਜ਼ਾ ਨਹੀਂ ਲੈ ਸਕਦੇ, ਫਿਰ ਕੀ ਕਰਦਾ ਬੱਚਾ ਸੈਟਲਮੈਂਟ ਕਰਦਾ ਕਿ ਚਲੋ ਜਿੱਥੇ ਐਡਮਿਸ਼ਨ ਮਿਲ ਰਹੀ ਹੈ ਉੱਥੇ ਲੈ ਲਈਏ। ਰੈਲੇਵੈਂਸ ਕੋਰਸ ਨਹੀਂ ਹੈ, ਇਟ ਮੀਨਸ ਵੀਜ਼ਾ ਅਫਸਰ ਸਾਨੂੰ ਰਿਫਿਊਜ਼ ਕਰ ਸਕਦਾ ਹੈ ਕਿਉਂਕਿ ਅਸੀਂ ਆਪਣੇ ਕੈਰੀਅਰ ਨੂੰ ਲੈ ਕੇ ਕੌਨਸ਼ੀਅਸ ਹੀ ਨਹੀਂ ਆ। +2 ਅਸੀਂ ਕਿਸੇ ਹੋਰ ਸਬਜੈਕਟ ਨਾਲ ਕੀਤੀ ਆ, ਉੱਥੇ ਡਿਪਲੋਮਾ ਕੁਝ ਹੋਰ ਕਰ ਰਹੇ ਹਾਂ ਜਾਂ ਡਿਗਰੀ ਕੁਝ ਹੋਰ ਪਾਸੇ ਹੀ ਸਾਡੀ ਜਾ ਰਹੀ ਹੈ ਤੇ ਉਹ ਵੀ ਚੀਜ਼ ਬਹੁਤ ਇੰਪੋਰਟੈਂਟ ਹੈ। ਇਹ ਚੀਜ਼ ਦਾ ਵੀ ਆਪਾਂ ਧਿਆਨ ਰੱਖਣਾ ਹੈ ਕਿ ਕੋਰਸ ਰੈਲੇਵੈਂਟ ਹੀ ਰਵੇ। ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਬੱਚਿਆਂ ਨੂੰ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਆ, ਬਟ ਫਿਰ ਵੀ ਆਪਣਾ ਇਸ ਚੀਜ਼ ਤੇ ਧਿਆਨ ਰੱਖਣਾ ਹੈ, ਫੋਕਸ ਰੱਖਣਾ ਹੈ ਕਿ ਕੋਰਸ ਰੈਲੇਵੈਂਸੀ ਲੋਕੇਸ਼ਨ ਚੇਂਜ ਹੋ ਜੇ ਪਰ ਕੋਰਸ ਰੈਲੇਵੈਂਸੀ ਸਾਡੀ ਚੇਂਜ ਨਾ ਹੋਵੇ। ਕੋਰਸ ਰੈਲੇਵੈਂਸੀ ਤੋਂ ਕੀ ਭਾਵ ਹੈ, ਬੱਚੇ ਕੀ ਕਰਦੇ ਕਿ ਮੈਂ ਕਮਰਸ ਦੇ ਵਿੱਚ ਸਟੱਡੀ ਕੀਤੀ ਹੈ, ਮੈਂ ਇਹ ਕੋਰਸ ਲੈ ਲੂੰਗਾ। ਮੇਰੇ ਅਕੋਰਡਿੰਗਲੀ ਕੋਰਸ ਰੈਲੇਵੈਂਸੀ ਜਿਹੜੇ ਕੋਰਸ ਦੇ ਵਿੱਚ ਬੱਚੇ ਦਾ ਜ਼ਿਆਦਾ ਇੰਟਰਸਟ ਹੁੰਦਾ ਹੈ। ਅਸੀਂ ਇੰਟਰਸਟ ਕਿਵੇਂ ਜੱਜ ਕਰਦੇ ਹਾਂ ਕਿ ਬੱਚੇ ਦੀ ਜਿਹੜੇ ਸਬਜੈਕਟ ਦੇ ਵਿੱਚੋਂ ਪਰਸੈਂਟੇਜ ਜ਼ਿਆਦਾ ਹੈ ਨਾ, ਇਟ ਮੀਨਸ ਬੱਚੇ ਦਾ ਇੰਟਰਸਟ ਉਸ ਸਬਜੈਕਟ 'ਚ ਜ਼ਿਆਦਾ ਹੈ ਤੇ ਅਸੀਂ ਰੈਲੇਵੈਂਸੀ ਐਵੇਂ ਕਰਦੇ ਹਾਂ ਕਿ ਐਵੇਂ ਰੈਲੇਵੈਂਸੀ ਅਸੀਂ ਕ੍ਰੀਏਟ ਕਰਕੇ ਤੇ ਬੱਚੇ ਦੀ ਉਸੇ ਕੋਰਸ ਨਾਲ ਰੈਲੇਵੈਂਟ ਸਬਜੈਕਟ ਨਾਲ ਰੈਲੇਵੈਂਟ ਕੋਰਸ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਸ ਕਰਕੇ ਕੋਰਸ ਰੈਲੇਵੈਂਸੀ ਨੂੰ ਵੀ ਇੱਕ ਸਹੀ ਮੈਚ ਕਰਨ ਦਾ ਵੀ ਤੁਹਾਡੇ ਕੋਲ ਤਰੀਕਾ ਹੋਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਕੋਰਸ ਰੈਲੇਵੈਂਸੀ ਲੱਭਣੀ ਆ, ਕਿਵੇਂ ਅਪਲਾਈ ਕਰਨਾ ਹੈ। ਕ੍ਰਾਈਟੇਰੀਆ ਮੈਚ ਹੋਣਾ ਸਭ ਤੋਂ ਮਸਟ ਹੈ ਕੈਨੇਡਾ ਦੇ ਵਿੱਚ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੇ ਇੱਥੇ ਤੁਸੀਂ ਕੀ ਗਾਈਡ ਕਰਨਾ ਚਾਹੋਗੇ ਸਟੂਡੈਂਟਸ ਨੂੰ, ਜਿਵੇਂ ਤੁਸੀਂ ਹੁਣ ਦੱਸਿਆ ਕਿ ਇਹ ਸਿਰਫ ਇਹ ਨਹੀਂ ਹੁੰਦਾ ਕਿ ਕਿਸ ਸਬਜੈਕਟ ਵਿੱਚ ਪਰਸੈਂਟੇਜ ਅੱਛੀ ਆਈ ਹੋਈ ਹੈ, ਕਿਉਂਕਿ ਕਈ ਵਾਰੀ ਸਟੂਡੈਂਟਸ ਦੀ ਪਰਸੈਂਟੇਜ ਚਾਹੇ ਕਿਸੇ ਇੱਕ ਸਬਜੈਕਟ ਵਿੱਚ ਅੱਛੀ ਹੋਵੇ ਪਰ ਉਸਦਾ ਇੰਟਰਸਟ ਅੱਗੇ ਹੋਰ ਵਧਣ ਲਈ ਹੁੰਦਾ ਹੈ ਕਿ ਮੈਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਜਾਵਾਂ ਤਾਂ ਉਸਨੂੰ ਕਿਵੇਂ ਉਹ ਪੂਰੀ ਤਰੀਕੇ ਨਾਲ ਜਸਟੀਫਾਈ ਕਰੇ SOP ਦੇ ਜ਼ਰੀਏ, ਕਿਵੇਂ ਅਗਰ ਉਹ ਹਟ ਕੇ ਥੋੜਾ ਅਗਰ ਕੋਈ ਕੋਰਸ ਕਰਨਾ ਚਾਹੇ। ਜੋ ਜੀ ਸਭ ਤੋਂ ਪਹਿਲਾਂ ਤੁਸੀਂ ਮੈਂਟਲੀ ਪ੍ਰਪੇਅਰ ਹੋਣੇ ਚਾਹੀਦੇ ਹੋ ਕਿ ਮੰਨ ਲਓ ਕਿ ਤੁਸੀਂ +2 ਕਮਰਸ ਕੀਤੀ ਆ, ਬਸ ਉਸ ਤੋਂ ਬਾਅਦ ਇੱਥੇ ਤੁਹਾਡਾ ਕਿਸੇ ਹੋਰ ਫੀਲਡ ਦੇ ਵਿੱਚ ਤੁਸੀਂ ਚਲੇ ਗਏ, ਤੁਹਾਡਾ ਜੌਬ ਐਕਸਪੀਰੀਅੰਸ ਉੱਥੇ ਹੋ ਗਿਆ, ਫਿਰ ਤੁਸੀਂ ਉਸ ਤੋਂ ਇਨਸਪਾਇਰ ਹੋ ਗਏ ਕਿ ਮੈਂ ਹੁਣ ਇਸੇ ਫੀਲਡ ਦੇ ਵਿੱਚ ਹੀ ਰਹਿਣਾ ਤੇ ਉਹ SOP ਦੇ ਵਿੱਚ ਪ੍ਰੋਪਰ ਤੁਸੀਂ ਮੈਂਸ਼ਨ ਕਰੋਗੇ ਐਂਡ ਕੱਲ ਦੇ ਦਿਨ ਤੁਹਾਡੀ ਵੀਜ਼ਾ ਅਫਸਰ ਦੀ ਤੁਹਾਨੂੰ ਕਾਲ ਵੀ ਆਉਂਦੀ ਆ, ਤੁਹਾਡਾ ਮਾਈਂਡ ਲੈਵਲ ਇਸ ਲੈਵਲ ਤੇ ਉਹ ਹੋਣਾ ਚਾਹੀਦਾ ਹੈ, ਤਿਆਰ ਹੋਣਾ ਚਾਹੀਦਾ ਹੈ, ਇੱਕ ਮੇਕ ਹੋਣਾ ਚਾਹੀਦਾ ਹੈ ਕਿ ਤੁਸੀਂ ਉਸ ਚੀਜ਼ ਨੂੰ ਡਿਸਕ੍ਰਾਈਬ ਕਰ ਸਕੋ, ਤੁਸੀਂ ਦੱਸ ਸਕੋ ਵੀਜ਼ਾ ਅਫਸਰ ਨੂੰ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਇਸ ਵਾਲੇ ਪਾਸੇ ਲੈ ਕੇ ਆਈਆਂ, ਕਿੰਨਾਂ ਚੀਜ਼ਾਂ ਤੋਂ ਤੁਸੀਂ ਇਨਸਪਾਇਰ ਹੋਏ ਸੀਗੇ, ਕਿਵੇਂ ਤੁਹਾਡੀ ਇੱਧਰਲੇ ਪਾਸੇ ਇੰਟਰਸਟ ਵਧਿਆ, ਕਿਵੇਂ ਤੁਹਾਨੂੰ ਲੱਗਿਆ ਕਿ ਤੁਸੀਂ ਇਸ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ। ਉਹਦੀ ਇੱਕ ਡਿਸਕ੍ਰਾਈਬ ਕਰ ਸਕੋ ਉਸ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ, ਉਹਨੂੰ ਦੱਸ ਸਕੋ ਵੀਜ਼ਾ ਅਫਸਰ ਨੂੰ। ਇਹ ਨਹੀਂ ਕਿ ਮੈਂ ਕੋਰਸ ਲੈ ਲਿਆ, SOP ਦੇ ਵਿੱਚ ਮੈਂ ਉਸ ਚੀਜ਼ ਬਾਰੇ ਕੋਈ ਬਰੀਫਿੰਗ ਨਹੀਂ ਦਿੱਤੀ, ਕੁਝ ਨਹੀਂ ਦੱਸਿਆ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਰਿਫਿਊਜ਼ਲ ਦੇ ਚਾਂਸਿਸ ਵੱਧ ਜਾਂਦੇ ਨੇ। ਬਰੀਫਿੰਗ ਦੇਣੀ ਜ਼ਰੂਰੀ ਆ। ਜੇ ਇੰਟਰਸਟ ਵਾਲਾ ਕੋਰਸ ਦੇ ਰੈਲੇਵੈਂਸ ਤੁਸੀਂ ਨਹੀਂ ਵੀ ਲੈ ਰਹੇ ਅੱਗੇ ਕੋਰਸ ਇੰਟਰਸਟ ਵਾਲੇ ਸਬਜੈਕਟ ਦੇ ਅਕੋਰਡਿੰਗਲੀ ਤੇ ਫਿਰ ਵੀ ਤੁਸੀਂ ਆਊਟ ਆਫ ਵੇ ਜਾ ਕੇ ਕੋਈ ਕੋਰਸ ਲੈ ਰਹੇ ਹੋ ਤੇ ਉਹਦੇ ਵੇਲੇ ਹੀ ਤੁਸੀਂ ਦੱਸੋਗੇ ਤੁਹਾਡਾ ਕਦੋਂ ਤੋਂ ਇੰਟਰਸਟ ਕ੍ਰੀਏਟ ਹੋਇਆ, ਕਿਹੜੀਆਂ ਚੀਜ਼ਾਂ ਸੀਗੀਆਂ ਜਿਹਦੇ ਕਰਕੇ ਤੁਸੀਂ ਇਸ ਫੀਲਡ ਵੱਲ ਗਏ ਹੋ, ਹੁਣ ਤੁਸੀਂ ਇਹਦੇ ਫਰਦਰ ਜਿਹੜੀ ਆ ਉਹ ਸਟੱਡੀ ਕਰਨਾ ਚਾਹੁੰਦੇ ਹੋ, ਸਟੱਡੀ ਕਰਕੇ ਤੁਹਾਡੀਆਂ ਅੱਗੇ ਫਿਊਚਰ ਪਲੈਨਿੰਗ ਕੀ ਨੇ ਉਹ ਵੀ ਤੁਸੀਂ ਨਾਲ ਦੀ ਨਾਲ ਡਿਸਕ੍ਰਾਈਬ ਕਰੋਗੇ। ਜੀ 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 ਬਿਲਕੁਲ। ਸੋ ਜ਼ਰੂਰ ਸਟੂਡੈਂਟਸ ਨੂੰ ਇਹਨਾਂ ਸਾਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਸੋ ਜੈਨੂਇਨ ਵੇ ਦੇ ਨਾਲ ਤੁਸੀਂ ਅਪਲਾਈ ਕਰ ਦਿਓ, ਹਰ ਆਪਣੀ ਇੰਟੈਂਸ਼ਨ ਨੂੰ SOP ਦੇ ਵਿੱਚ ਬਹੁਤ ਚੰਗੇ ਢੰਗ ਨਾਲ ਅਗਰ ਤੁਸੀਂ ਕਲੀਅਰ ਕਰਕੇ ਦੱਸ ਦਿਓ ਤਾਂ ਤੁਹਾਡਾ ਵੀਜ਼ਾ ਲੱਗਦਾ ਹੀ ਹੈ। ਸੋ ਕਿਤੇ ਵੀ ਕਿਸੇ ਗੱਲ ਨੂੰ ਮੈਨੂਪੂਲੇਟ ਨਹੀਂ ਕਰਨਾ ਚਾਹੀਦਾ, ਫੇਕ ਡਾਕੂਮੈਂਟਸ ਨਹੀਂ ਲਗਾਉਣੇ ਚਾਹੀਦੇ, ਜੈਨੂਇਨ ਵੇ ਦੇ ਨਾਲ ਸਹੀ ਕੰਸਲਟੈਂਟ ਦੀ ਸਲਾਹ ਦੇ ਨਾਲ ਅੱਗੇ ਵਧੋ ਤੇ ਆਪਣਾ ਵੀਜ਼ਾ ਹਾਸਲ ਕਰੋ। ਗੁਰਪ੍ਰੀਤ ਜੀ ਇੱਕ ਵਾਰ ਫਿਰ ਤੋਂ ਅੱਜ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਸਟੂਡੈਂਟਸ ਨੂੰ ਇੱਕ ਪੁਆਇੰਟ ਜੋ ਹੈ ਕਲੀਅਰ ਕੀਤਾ, ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕੀਤੀ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤੇ ਅਸੀਂ ਅੱਗੋਂ ਵੀ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ। ਪਰ ਕੋਈ ਡਾਊਟ ਹੈ ਤੁਹਾਡਾ, ਕੋਈ ਸਵਾਲ ਹੈ ਤਾਂ ਇਹ ਜਿਹੜਾ ਨੰਬਰ ਫਲੈਸ਼ ਹੋ ਰਿਹਾ ਇਸ ਉੱਪਰ ਕਾਲ ਜ਼ਰੂਰ ਕਰ ਸਕਦੇ ਹੋ। ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ। ਧੰਨਵਾਦ।